प्यारे दर्शकों, जय मसीह दी। दिशा परिवर्तन ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਨਾਮ ਵਿੱਚ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਕੁਸ਼ਲ ਮੰਗਲ ਹੋਵੋਗੇ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਲਈ ਤਿਆਰ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਐਸਤਰ ਦੇ ਜੀਵਨ ਦੇ ਬਾਰੇ ਸਿੱਖ ਰਹੇ ਸੀ। ਸਾਨੂੰ ਉਮੀਦ ਹੈ ਕਿ ਐਸਤਰ ਦੇ ਜੀਵਨ ਦੀ ਇਸ ਸਿੱਖਿਆ ਤੋਂ ਤੁਸੀਂ ਪ੍ਰੇਰਿਤ ਹੋਏ ਹੋਵੋਗੇ ਅਤੇ ਤੁਹਾਨੂੰ ਪਰਮੇਸ਼ਰ ਦੇ ਕੰਮ ਨੂੰ ਕਰਨ ਦੇ ਲਈ ਅੱਗੇ ਆਉਣ ਦਾ ਹੌਸਲਾ ਮਿਲਿਆ ਹੋਵੇਗਾ। ਪਿਆਰੇ ਦਰਸ਼ਕੋ, ਬੱਚਿਆਂ ਦੇ ਪਾਲਣ ਪੋਸ਼ਣ ਦੇ ਬਾਰੇ ਸਿੱਖਦੇ ਹੋਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਗੱਲ ਦੇ ਉੱਤੇ ਗੌਰ ਕਰਨ ਜਾ ਰਹੇ ਹਾਂ ਉਹ ਹੈ ਅਸੀਂ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਇੱਕ ਵੱਡਾ ਪ੍ਰਭਾਵ ਪਾ ਸਕਦੇ ਹਾਂ। ਇਸ ਦੇ ਬਾਰੇ ਗੌਰ ਕਰਦੇ ਹੋਏ ਅਸੀਂ 3 ਪ੍ਰਮੁੱਖ ਗੱਲਾਂ ਉੱਤੇ ਗੌਰ ਕਰਾਂਗੇ। ਪਹਿਲੀ ਗੱਲ, ਜੋ ਪਰਮੇਸ਼ਵਰ ਨਾਲ ਚੱਲਦੇ ਹਨ ਉਹਨਾਂ ਦੀ ਨਕਲ ਕਰਨਾ। ਦੂਜੀ ਗੱਲ, ਮਾਤਾ ਪਿਤਾ ਦੀ ਜ਼ਿੰਮੇਵਾਰੀ ਦੀ ਵਿਸ਼ੇਸ਼ ਸਾਮਰਥ ਦਾ ਪ੍ਰਤੀਰੂਪ। ਅਤੇ ਤੀਜੀ ਗੱਲ, ਅੱਛੀ ਜ਼ਿੰਮੇਵਾਰੀ ਦੇ ਮਹਾਨ ਨਤੀਜੇ। ਤਾਂ ਫਿਰ ਦੋਸਤੋ, ਆਓ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਨੂੰ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਇਸ ਦੇ ਲਈ ਸੁਣਦੇ ਹਾਂ ਇਹ ਸੁੰਦਰ ਜਿਹਾ ਭਜਨ। सारे गुण सदा वो तन जी दे बख्शे गए सब गुनाह ते टके गए सारे गुण सदा। ਪਾਪਾਂ ਦਾ ਕਰਦਾ ਹਿਸਾਬ, ਨਾ ਰੱਬ ਜੀ ਦੇ ਪਾਪਾਂ ਦਾ ਕਰਦਾ ਹਿਸਾਬ। ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ, ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ टके गए सारे गुण सदा। मैं जद चुप रहा तद मेरी हड्डियां, मैं जद चुप रहा तद मेरी हड्डियां कराहंदे होए सारा दिन खुल गया, कराहंदे होए सारा दिन खुल गया। वो तन जी दे बख्शे गए सब गुनाह ते टके गए सारे गुण सदा।
ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਔਰ ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਜੋ ਪਰਮੇਸ਼ਰ ਦੇ ਨਾਲ ਚੱਲਦੇ ਹਨ ਉਹਨਾਂ ਦੀ ਨਕਲ ਕਰੋ। ਨੰਬਰ 2, ਮਾਪਿਆਂ ਦੀ ਜ਼ਿੰਮੇਵਾਰੀ ਦੀ ਵਿਸ਼ੇਸ਼ ਸਾਮਰਥ ਦੇ ਪ੍ਰਤੀਰੂਪ। ਨੰਬਰ 3, ਅੱਛੀ ਜ਼ਿੰਮੇਦਾਰੀ ਦਾ ਪ੍ਰਤੀਰੂਪ, ਮਹਾਨ ਨਤੀਜੇ। ਇਸ ਤੋਂ ਪਹਿਲਾਂ ਕਿ ਅਸੀਂ ਹੰਕਾਰ ਅਤੇ ਖੁਸ਼ੀ ਦੇ ਬਾਰੇ ਗੱਲਬਾਤ ਕਰੀਏ ਕਿ ਇਹ ਉਹ ਗਲੀ ਹੈ ਜਿਸ ਦੇ ਦੋ ਰਾਹ ਹਨ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ ਹਾਂ ਜੋ ਮੈਂ ਪਿਛਲੇ ਹਫ਼ਤੇ ਪੜ੍ਹੀ। ਮੈਂ ਪਰਿਵਾਰ ਦੇ ਬਾਰੇ ਅਤੇ ਵਿਸ਼ੇਸ਼ ਕਰਕੇ ਬੱਚਿਆਂ ਦੇ ਬਾਰੇ ਕਹਾਣੀਆਂ ਪੜ੍ਹਨ ਵਿੱਚ ਗੰਭੀਰ ਹਾਂ ਅਤੇ ਇਹ ਕਹਾਣੀ ਪੜ੍ਹੀ ਜੋ ਪ੍ਰਚਾਰਕ ਬਿਲੀ ਗ੍ਰਾਮ ਦੀ ਪੁਰਾਣੀ ਜ਼ਿੰਦਗੀ ਦੇ ਬਾਰੇ ਹੈ, ਜਦ ਉਹ ਛੋਟੀ ਕਲੀਸਿਆ ਦੇ ਸਮੂਹ ਨੂੰ ਸੰਦੇਸ਼ ਦਿੰਦਾ ਸੀ ਅਤੇ ਨਾ ਕਿ ਵੱਡੇ ਸਟੇਡੀਅਮ ਵਿੱਚ ਸੰਦੇਸ਼ ਦਿੰਦਾ ਸੀ। ਜਿਸ ਤਰ੍ਹਾਂ ਕਿ ਹੁਣ ਇੱਕ ਵਾਰ ਉਹ ਸਾਊਥ ਵੈਸਟ ਦੇ ਇੱਕ ਸ਼ਹਿਰ ਵਿੱਚ ਜਾ ਰਿਹਾ ਸੀ ਅਤੇ ਉਹ ਇੱਕ ਛੋਟੇ ਸ਼ਹਿਰ ਵਿੱਚ ਕਲੀਸਿਆ ਨੂੰ ਸੰਦੇਸ਼ ਦੇਣ ਵਾਸਤੇ ਪਹੁੰਚਿਆ। ਉਸ ਕੋਲ ਇੱਕ ਚਿੱਠੀ ਸੀ ਜਿਸ ਨੂੰ ਆਪਣੇ ਘਰ ਭੇਜਣਾ ਚਾਹੁੰਦਾ ਸੀ ਅਤੇ ਇਸ ਕਰਕੇ ਉਹ ਇੱਕ ਜਵਾਨ ਬੱਚੇ ਨੂੰ ਪੁੱਛਦਾ ਹੈ ਕਿ ਤੂੰ ਜਾਣਦਾ ਹੈ ਡਾਕਘਰ ਕਿੱਥੇ ਹੈ। ਬੱਚੇ ਨੇ ਉਸ ਨੂੰ ਡਾਕਘਰ ਦਾ ਪਤਾ ਦੱਸਿਆ ਅਤੇ ਹੁਣ ਡਾਕਟਰ ਗ੍ਰਾਮ ਜੋ ਇੱਕ ਪ੍ਰਚਾਰਕ ਹੈ, ਤੁਸੀਂ ਉਸ ਤੋਂ ਕੀ ਆਸ਼ਾ ਕਰੋਗੇ। ਇਹ ਕੀ ਉਸ ਦਾ ਧੰਨਵਾਦ ਕਰਦਾ ਹੈ ਅਤੇ ਆਖਦਾ ਹੈ ਕਿ ਤੂੰ ਅੱਜ ਰਾਤ ਬੈਪਟਿਸਟ ਚਰਚ ਆਏਗਾ। ਮੈਂ ਉੱਥੇ ਹਰੇਕ ਨੂੰ ਦੱਸਣ ਜਾ ਰਿਹਾ ਹਾਂ ਕਿ ਉਹ ਸਵਰਗ ਕਿਸ ਤਰ੍ਹਾਂ ਜਾ ਸਕਦੇ ਹਨ, ਤੂੰ ਵੀ ਆ ਕੇ ਸੁਣ ਸਕਦਾ ਹੈ। ਜਵਾਨ ਲੜਕੇ ਨੇ ਆਖਿਆ, ਮੈਂ ਨਹੀਂ ਜਾਣਦਾ ਕਿ ਮੈਂ ਉੱਥੇ ਹੋਵਾਂਗਾ, ਤੂੰ ਤਾਂ ਇਹ ਵੀ ਨਹੀਂ ਜਾਣਦਾ ਕਿ ਡਾਕਘਰ ਕਿੱਥੇ ਹੈ। ਮੈਂ ਉਸ ਜਵਾਨ ਬੱਚੇ ਨੂੰ ਕੁਝ ਇਸ ਤਰ੍ਹਾਂ ਕਹਿੰਦੇ ਹੋਏ ਸੁਣ ਰਿਹਾ ਸੀ। ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਇੱਕ ਨਵੇਂ ਲੇਖ ਵਾਂਗੂ ਫਿਲਪੀ ਗੁੱਲੀ ਦੀ ਤਰ੍ਹਾਂ ਸੀ ਜਿਸ ਦੇ ਬਾਰੇ ਮੈਂ ਜਾਣਦਾ ਸੀ। ਜੇ ਤੁਸੀਂ ਉਸ ਦੀਆਂ ਕਿਤਾਬਾਂ ਮਸੀਹ ਘਰ ਵਿੱਚ ਜਾ ਕੇ ਵੇਖੋ ਕਿ ਉਹ ਜ਼ਿਆਦਾ ਵੱਡੀਆਂ ਨਹੀਂ ਹੁੰਦੀਆਂ। ਉਹ ਇੱਕ ਪਾਸਟਰ ਹੈ, ਉਹ ਹਾਜ਼ਰ ਜਵਾਈ ਹੈ ਅਤੇ ਜੀਵਨ ਦੀਆਂ ਫਜ਼ੂਲ ਗੱਲਾਂ ਨੂੰ ਬੜੇ ਹੀ ਅਜੀਬ ਤਰੀਕੇ ਨਾਲ ਆਪਣੀਆਂ ਕਿਤਾਬਾਂ ਵਿੱਚ ਲਿਖਦਾ ਹੈ। ਉਹ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ, ਜਦ ਮੈਂ 23 ਸਾਲ ਦਾ ਸੀ ਮੈਂ ਆਪਣੇ ਜੀਵਨ ਦਾ ਸਭ ਤੋਂ ਅੱਛਾ ਫੈਸਲਾ ਕੀਤਾ। ਮੈਂ ਖੂਬਸੂਰਤ ਅਤੇ ਸਿਆਣੀ ਔਰਤ ਨੂੰ ਆਪਣੀ ਪਤਨੀ ਹੋਣ ਲਈ ਆਖਿਆ ਅਤੇ ਉਸਨੇ ਆਪਣੇ ਦੋਸਤਾਂ ਪਰਿਵਾਰ ਦੀ ਰਾਏ ਲੈ ਕੇ ਮੇਰੀ ਪਤਨੀ ਬਣਨਾ ਸਵੀਕਾਰ ਕੀਤਾ। ਸ਼ਾਦੀ ਵਾਲੇ ਦਿਨ ਉਸਨੇ ਆਪਣੀ ਦੁਲਹਨ ਵਾਲੇ ਕਾਲੇ ਰੰਗ ਦੀ ਪੁਸ਼ਾਕ ਪਾਈ। 8 ਸਾਲ ਤੱਕ ਮੈਂ ਆਪਣੀ ਜ਼ਿੰਮੇਦਾਰੀ ਦਾ ਨਮੂਨਾ ਪੇਸ਼ ਕੀਤਾ। ਮੈਂ ਬਹੁਤ ਮਿਹਨਤ ਕੀਤੀ, ਮੈਂ ਪਲੇਟਾਂ ਸਾਫ਼ ਕਰਦਾ ਸੀ, ਮੈਂ ਟਾਇਲਟ ਤੱਕ ਵੀ ਸਾਫ਼ ਕਰਦਾ ਸੀ। ਤਦ ਮੇਰੀ ਪਤਨੀ ਗਰਭਵਤੀ ਹੋ ਗਈ ਅਤੇ ਮੈਂ ਹੁਣ ਜਨਮ ਸੰਬੰਧੀ ਕੰਮ ਕਰਨ ਸਿੱਖੇ ਅਤੇ ਤਰਸ ਖਾਣ ਦਾ ਅਹਿਸਾਸ ਕੀਤਾ। ਜਦ ਮੈਂ ਉਸ ਨੂੰ ਖਾਣ ਵਾਸਤੇ ਦਿੰਦਾ ਸੀ ਤਾਂ ਉਹ ਮੇਰੀ ਕੁੜਤੀ ਉੱਤੇ ਉਲਟੀ ਕਰ ਦਿੰਦੀ ਸੀ, ਤਾਂ ਮੈਂ ਇਸ ਨੂੰ ਹੱਸਦਿਆਂ ਹੋਏ ਸਹਿਣ ਕਰ ਲੈਂਦਾ ਸੀ। ਬੱਚੇ ਦੇ ਜਨਮ ਦੇ 3 ਮਹੀਨੇ ਬਾਅਦ ਜਦ ਮੇਰੀ ਪਤਨੀ ਜੌਨ ਆਪਣੇ ਕੰਮ ਤੇ ਜਾਣ ਲੱਗੀ ਤਾਂ ਇੱਕ ਦਿਨ ਸਵੇਰੇ ਜਾਣ ਤੋਂ ਪਹਿਲਾਂ ਉਸਨੇ ਮੈਨੂੰ ਬੱਚੇ ਦੇ ਪ੍ਰਤੀ ਕੜੀ ਸਾਵਧਾਨੀ ਕਰਨ ਲਈ ਆਖਿਆ। ਮੇਰੀ ਸੋਚ ਨੂੰ ਝਟਕਾ ਲੱਗਾ ਅਤੇ ਬਸ ਮੈਂ ਇੰਨਾ ਹੀ ਕਹਿ ਸਕਿਆ, ਓਹ ਹਨੀ, ਕਾਸ਼ ਮੈਂ ਆਪਣੇ ਆਪ ਨੂੰ ਇੰਨਾ ਵਿਸ਼ਵਾਸਯੋਗ ਸਾਬਤ ਨਾ ਕਰਦਾ। ਇਸ ਤਰ੍ਹਾਂ ਮੈਂ ਇਹ ਸੋਚ ਸਕਦਾ ਹਾਂ ਕਿ ਇਹ ਭਰੋਸਾ ਨਾ ਕਰਨ ਦਾ ਦੁੱਖ ਸੀ, ਜਿਸ ਦੇ ਕਰਕੇ ਜਦ ਮੈਂ ਦੁਪਹਿਰ ਵੇਲੇ ਸੌਦਾ ਲੈਣ ਗਿਆ ਅਤੇ ਉੱਥੇ ਮੈਂ ਆਪਣੇ ਬੇਟੇ ਨੂੰ ਭੁੱਲ ਗਿਆ। ਜਦ ਮੈਂ ਰਾਸਤੇ ਵਿੱਚ ਮੁੜ ਕੇ ਆਪਣੇ ਬੇਟੇ ਨੂੰ ਵੇਖਣਾ ਚਾਹਿਆ ਤਾਂ ਉਹ ਮੇਰੇ ਨਾਲ ਨਹੀਂ ਸੀ। ਮੈਂ ਦੌੜ ਕੇ ਆਪਣੇ ਘਰ ਗਿਆ ਤਾਂ ਵੇਖਿਆ ਕਿ ਉਹ ਘਰ ਵਿੱਚ ਸੀ ਅਤੇ ਉਹ ਮੈਨੂੰ ਗੁੱਸੇ ਨਾਲ ਵੇਖ ਰਿਹਾ ਸੀ ਅਤੇ ਮੈਂ ਸਮਝ ਗਿਆ ਕਿ ਉਹ ਮੈਨੂੰ ਕਹਿ ਰਿਹਾ ਸੀ। ਇਸ ਲਈ ਜੌਨ ਦੇ ਪ੍ਰਤੀ ਮੈਂ ਆਪਣੀ ਗਲਤੀ ਨੂੰ ਸਵੀਕਾਰ ਕੀਤਾ। ਜੌਨ ਇੱਕ ਮਸੀਹ ਔਰਤ ਸੀ, ਇਸ ਲਈ ਉਸਨੇ ਮੈਨੂੰ ਮਾਫ ਕਰ ਦਿੱਤਾ ਅਤੇ ਉਸਨੇ ਮੈਨੂੰ ਇੱਕ ਮੌਕਾ ਹੋਰ ਦਿੱਤਾ ਅਤੇ ਅਗਲੀ ਹੀ ਸਵੇਰ ਉਸਨੇ ਮੈਨੂੰ ਸਾਵਧਾਨ ਰਹਿਣ ਲਈ ਕਿਹਾ ਅਤੇ ਆਖਿਆ, ਹਨੀ, ਮੈਂ ਤੇਰੇ ਉੱਤੇ ਵਿਸ਼ਵਾਸ ਕਰਦੀ ਹਾਂ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਹੀ ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਭੁੱਲ ਜਾਂਦੇ ਹਾਂ। ਤੁਹਾਡੇ ਵਿੱਚੋਂ ਕਿੰਨੇ ਲੋਕ ਹਨ ਜੋ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਭੁੱਲੇ ਹਨ? ਆਪਣੇ ਹੱਥ ਖੜੇ ਕਰੋ, ਮੈਨੂੰ ਦੱਸੋ, ਠੀਕ ਹੈ, ਤੁਸੀਂ ਯਾਦ ਕਰ ਲਿਆ ਕਦੇ ਬਚਪਨ ਵਿੱਚ, ਜਵਾਨੀ ਵਿੱਚ ਜਾਂ ਬੁਢਾਪੇ ਵਿੱਚ ਤੁਸੀਂ ਇਸ ਤਰ੍ਹਾਂ ਵੀ ਭੁੱਲੇ ਸੀ। ਹੁਣ ਅਸੀਂ ਯਾਦ ਰੱਖਣਾ ਹੀ ਕਿ ਅਸੀਂ ਉਹਨਾਂ ਨੂੰ ਕਦੇ ਨਾ ਭੁੱਲਾਂਗੇ। ਅੱਜ ਅਸੀਂ ਉਹਨਾਂ ਗੱਲਾਂ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਸੀਂ ਕਿਸ ਤਰ੍ਹਾਂ ਆਪਣੇ ਘਰ ਵਿੱਚ ਇੱਕ ਵੱਡਾ ਪ੍ਰਭਾਵ ਪਾ ਸਕਦੇ ਹਾਂ। ਜੇ ਤੁਸੀਂ ਅੱਜ ਮੇਰੇ ਸੰਦੇਸ਼ ਨੂੰ ਦਿਲ ਨਾਲ ਔਰ ਕੰਨ ਲਗਾ ਕੇ ਸੁਣੋ, ਮੈਂ ਆਸ ਕਰਦਾ ਹਾਂ ਇਹ ਇਸ ਤਰ੍ਹਾਂ ਹੋਵੇਗਾ। ਨਾਰਮਨ ਰੌਕਵੈਲ ਦੀ ਇੱਕ ਮਹਾਨ ਪੇਂਟਿੰਗ ਦਰਸਾਉਂਦੀ ਸੀ ਕਿ ਇੱਕ ਬਾਪ ਆਪਣੇ ਘਮੰਡੀ ਪੁੱਤਰ ਵੱਲ ਵੇਖ ਕੇ ਖੁਸ਼ ਹੋ ਰਿਹਾ ਹੈ, ਜਿਸ ਨੇ ਕੁਝ ਪਾਉਣ ਲਈ ਆਪਣੇ ਜੀਵਨ ਦਾ ਨਾਸ਼ ਕਰ ਦਿੱਤਾ ਅਤੇ ਆਪਣੇ ਦੰਦਾਂ ਨਾਲ ਫੜਨ ਲਈ ਦੰਦ ਜੋੜ ਲਏ। ਤੁਸੀਂ ਇਸ ਪੇਂਟਿੰਗ ਨੂੰ ਵੇਖ ਕੇ ਕੁਝ ਸਮਝ ਨਹੀਂ ਸਕਦੇ, ਬਲਕਿ ਮੁਸਕਰਾ ਸਕਦੇ ਹੋ ਅਤੇ ਇਹ ਅਹਿਸਾਸ ਕਰ ਸਕਦੇ ਹੋ ਕਿ ਬਾਪ ਆਪਣੇ ਪੁੱਤਰ ਤੇ ਘਮੰਡ ਕਰ ਰਿਹਾ ਹੈ ਅਤੇ ਆਪਣੇ ਮਾਂ-ਬਾਪ ਲਈ ਜਵਾਨ ਬੱਚੇ ਦੇ ਘਮੰਡ ਨੂੰ ਵੇਖ ਸਕਦੇ ਹੋ।
ਇਹ ਬਹੁਤ ਅੱਛੀ ਗੱਲ ਹੈ। ਜਦ ਅਸੀਂ ਮਾਂ-ਬਾਪ ਬਣ ਜਾਂਦੇ ਹਾਂ, ਅਸੀਂ ਉਸ ਗਲੀ ਵਿੱਚ ਪ੍ਰਵੇਸ਼ ਕਰਦੇ ਹਾਂ, ਜਿਸ ਦੇ 2 ਰਾਹ ਹਨ। 2 ਸ਼ਬਦ ਪੈਦਾ ਹੋ ਜਾਂਦੇ ਹਨ, ਬੱਚਿਆਂ ਦਾ ਮਾਂ-ਬਾਪ ਦੇ ਪ੍ਰਤੀ ਅਤੇ ਮਾਂ-ਬਾਪ ਦੇ ਬੱਚਿਆਂ ਦੇ ਪ੍ਰਤੀ। ਬਾਈਬਲ ਸਾਨੂੰ ਦੱਸਦੀ ਹੈ, ਮਾਂ-ਬਾਪ ਨੂੰ ਬੱਚਿਆਂ ਲਈ ਇੱਕ ਉਦਾਹਰਣ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਗਰਭ ਹੋਣਾ ਚਾਹੀਦਾ ਹੈ। ਅਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਬੱਚਿਆਂ ਨੂੰ ਵੀ ਆਪਣੇ ਮਾਂ-ਬਾਪ ਤੇ ਗਰਭ ਹੋਣਾ ਚਾਹੀਦਾ ਹੈ। ਮੈਂ ਸੋਚਦਾ ਹਾਂ ਕਿ ਅਸੀਂ ਪਹਿਲੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਹਾਂ, ਪਰ ਦੂਜੀ ਗੱਲ ਦੇ ਪ੍ਰਤੀ ਇੰਨਾ ਵਿਸ਼ਵਾਸ ਨਹੀਂ ਕਰਦੇ। ਆਓ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਦੱਸਾਂ ਕਿ ਮੇਰੇ ਕਹਿਣ ਦਾ ਕੀ ਮਤਲਬ ਹੈ। ਕਹਾਵਤਾਂ ਦੀ ਕਿਤਾਬ ਵਿੱਚ 2 ਆਇਤਾਂ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਉਹਨਾਂ ਨੂੰ ਜ਼ੋਰ ਦੇ ਕੇ ਪੜ੍ਹਿਆ ਜਾਵੇ। ਕਹਾਵਤਾਂ 17 ਅਧਿਆਏ 6 ਦੱਸਦੀ ਹੈ, ਪੁੱਤਰਾਂ ਦੀ ਸ਼ੋਭਾ ਉਹਨਾਂ ਦੇ ਪਿਓ ਹਨ। ਹੁਣ 1 ਮਿੰਟ ਰੋਕ ਕੇ ਇਸ ਨੂੰ ਸਮਝੋ। ਪੁੱਤਰਾਂ ਦੀ ਸ਼ੋਭਾ ਉਹਨਾਂ ਦੇ ਪਿਓ ਹਨ। ਦੂਜੀ ਆਇਤ ਕਹਾਵਤਾਂ 23 ਅਧਿਆਏ 24 ਵਿੱਚ ਹੈ, ਧਰਮੀ ਦਾ ਪਿਓ ਅਤ ਖੁਸ਼ ਹੋਵੇਗਾ ਅਤੇ ਜਿਹਦੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਆਨੰਦ ਰਹੇਗਾ। ਹੁਣ ਤੁਸੀਂ ਸਮਝ ਗਏ ਹੋ, ਇੱਕ ਅੱਛੇ ਪਰਿਵਾਰ ਲਈ ਕਿੰਨਾ ਸੁਹਾਣਾ ਹੈ ਜਦ ਉਸ ਪਰਿਵਾਰ ਦੇ ਬੱਚੇ ਆਪਣੇ ਮਾਂ-ਬਾਪ ਉੱਤੇ ਕਮਾਂਡ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਮਾਂ-ਬਾਪ ਲਈ ਸ਼ਰਮਿੰਦਾ ਨਹੀਂ ਹੋਣਾ ਪੈਂਦਾ ਅਤੇ ਆਪਣੇ ਦੋਸਤਾਂ ਅੱਗੇ ਆਪਣੇ ਮਾਂ-ਬਾਪ ਦੀ ਵਡਿਆਈ ਕਰਦੇ ਹਨ। ਇਹੋ ਜਿਹੇ ਪਰਿਵਾਰ ਸ਼ਾਇਦ ਬਹੁਤ ਥੋੜੇ ਹਨ, ਉਹ ਜ਼ਿਆਦਾ ਹੋ ਸਕਦੇ ਹਨ। ਇਹੋ ਜਿਹੇ ਕਈ ਪਰਿਵਾਰ ਇਸ ਕਲੀਸਿਆ ਵਿੱਚ ਵੀ ਹੋ ਸਕਦੇ ਹਨ। ਮੈਂ ਦੱਸਣਾ ਚਾਹੁੰਦਾ ਹਾਂ ਕਿ ਪਰਿਵਾਰ ਦੀ ਸ਼ੋਭਾ ਤਦ ਹੀ ਹੋ ਸਕਦੀ ਹੈ ਜਦ ਇਹ ਦੋਵੇਂ ਪਾਸੇ ਤੋਂ ਹੋਵੇ। ਇਸ ਲਈ ਕਹਾਵਤਾਂ ਦੀ ਦੂਜੀ ਆਇਤ ਦੱਸਦੀ ਹੈ ਕਿ ਪਿਤਾ ਦੀ ਖੁਸ਼ੀ ਉਸ ਦੇ ਬੁੱਧਵਾਨ ਬੱਚਿਆਂ ਤੋਂ ਹੁੰਦੀ ਹੈ ਅਤੇ ਇਹ ਗੱਲ ਵੀ ਉਨੀ ਹੀ ਸੱਚ ਹੈ ਕਿ ਬੱਚੇ ਆਪਣੇ ਮਾਂ-ਬਾਪ ਦੀ ਖੁਸ਼ੀ ਹੁੰਦੇ ਹਨ। ਇਸ ਦਾ ਇੱਕ ਕਾਰਨ ਹੈ ਕਿ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਕਿਉਂ ਨਹੀਂ ਸਮਝ ਪਾਉਂਦੇ, ਇੱਕ ਮਾਂ-ਬਾਪ ਹੋਣ ਦੀ ਖੁਸ਼ੀ ਕਿਉਂ ਨਹੀਂ ਲੈ ਪਾਉਂਦੇ ਅਤੇ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਜੀਵਨ ਨੂੰ ਕਿਉਂ ਨਹੀਂ ਠੀਕ ਰੱਖ ਪਾਉਂਦੇ, ਜਦ ਕਿ ਉਹ ਜਵਾਨ ਹੋ ਚੁੱਕੇ ਹਨ। ਇਹ ਸਮੱਸਿਆ ਹਰ ਇੱਕ ਕਲੀਸਿਆ ਵਿੱਚ ਹੈ, ਭਾਵੇਂ ਇਹ ਨਜ਼ਰ ਆਵੇ ਜਾਂ ਨਾ ਆਵੇ, ਪਰ ਇਹ ਸੱਚ ਹੈ। ਇਸ ਤਰ੍ਹਾਂ ਹੁੰਦਾ ਹੀ ਹੈ। ਜਦ ਕੋਈ ਤੁਹਾਨੂੰ ਇੱਕ ਵਿਸ਼ਵਾਸੀ ਸਮਝ ਕੇ ਆਖਦਾ ਹੈ ਕਿ ਮੈਂ ਫਲਾਣੇ ਮਸੀਹ ਕਰਕੇ ਬਹੁਤ ਪਰੇਸ਼ਾਨ ਹਾਂ, ਉਹ ਤੁਹਾਨੂੰ ਦੱਸਦੇ ਹਨ ਕਿ ਉਸਨੇ ਇਸ ਨਾਲ ਕਿਸ ਤਰ੍ਹਾਂ ਗਲਤ ਕੀਤਾ ਅਤੇ ਉਸ ਵਿਅਕਤੀ ਦੇ ਜੀਵਨ ਤੋਂ ਬਹੁਤ ਪਰੇਸ਼ਾਨ ਹਨ ਅਤੇ ਤੁਸੀਂ ਕੀ ਆਖਦੇ ਹੋ। ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਤੁਸੀਂ ਇੰਜ ਆਖੋਗੇ। ਤੁਸੀਂ ਇਸ ਤਰ੍ਹਾਂ ਆਖੋਗੇ, ਠੀਕ ਹੈ, ਤੁਹਾਡੀ ਸਮੱਸਿਆ ਹੈ। ਤੁਸੀਂ ਉਸ ਵਿਅਕਤੀ ਵੱਲ ਧਿਆਨ ਨਾ ਦੇਵੋ, ਤੁਸੀਂ ਆਪਣਾ ਧਿਆਨ ਪਰਮੇਸ਼ਰ ਵੱਲ ਲਗਾਓ ਕਿ ਅਸੀਂ ਸਾਰੇ ਇਸ ਤਰ੍ਹਾਂ ਨਹੀਂ ਆਖਦੇ। ਇਹ ਗੱਲ ਆਤਮਿਕ ਪ੍ਰਤੀਤੀ ਹੁੰਦੀ ਹੈ ਅਤੇ ਸੱਚਮੁੱਚ ਸਾਨੂੰ ਪ੍ਰਭੂ ਵੱਲ ਵੇਖਣਾ ਚਾਹੀਦਾ ਹੈ। ਪਰ ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਪ੍ਰਭੂ ਨੂੰ ਵੇਖਿਆ ਹੈ? ਤੁਸੀਂ ਪਰਮੇਸ਼ਰ ਨੂੰ ਉਸ ਦੇ ਵਚਨਾਂ ਵਿੱਚ ਵੇਖਦੇ ਹੋ ਅਤੇ ਇਹ ਸੱਚ ਹੈ, ਜਦ ਤੁਸੀਂ ਕਿਸੇ ਮਨੁੱਖ ਦੇ ਅੰਦਰ ਪਰਮੇਸ਼ਰ ਨੂੰ ਵੇਖਦੇ ਹੋ ਜੋ ਉਸ ਦੇ ਜੀਵਨ ਤੋਂ ਪ੍ਰਗਟ ਹੁੰਦਾ ਹੈ ਅਤੇ ਉਸ ਦਾ ਜੀਵਨ ਪਰਮੇਸ਼ਰ ਦੇ ਵਚਨ ਅਨੁਸਾਰ ਚੱਲਦਾ ਹੈ। ਪਿਛਲੀ ਵਾਰ ਇਸ ਗੱਲ ਨੂੰ ਮੈਂ ਗੌਰ ਨਾਲ ਸੋਚਿਆ, ਪਰਮੇਸ਼ਰ ਆਪਣੇ ਸਭ ਤੋਂ ਅੱਛਾ ਕੰਮ ਸਰੀਰ ਵਿੱਚ ਹੀ ਕਰਦਾ ਹੈ। ਕੀ ਕਦੇ ਤੁਸੀਂ ਇਸ ਦਾ ਅਹਿਸਾਸ ਕੀਤਾ ਹੈ? ਜਦ ਅਸੀਂ ਉਸ ਦੇ ਲਈ ਜਿਉਂਦੇ ਹਾਂ, ਜਦ ਅਸੀਂ ਉਸ ਦੇ ਪਿੱਛੇ ਚੱਲਦੇ ਹਾਂ, ਅਸੀਂ ਤਾਂ ਚਮਕਦੇ ਹਾਂ ਜਿਸ ਤਰ੍ਹਾਂ ਪਰਮੇਸ਼ਰ ਸਾਡੇ ਵਿੱਚ ਹੋ ਕੇ ਦੂਜਿਆਂ ਲਈ ਚਮਕ ਰਿਹਾ ਹੈ। ਨੰਬਰ 1, ਉਹਨਾਂ ਦੀ ਨਕਲ ਕਰੋ ਜੋ ਪਰਮੇਸ਼ਰ ਦੇ ਨਾਲ ਚੱਲਦੇ ਹਨ। ਇਹ ਬਹੁਤ ਪੁਰਾਣੀ ਗੱਲ ਨਹੀਂ ਹੈ। ਜਦ ਮੈਂ ਚੰਗੀ ਤਰ੍ਹਾਂ ਨਵੇਂ ਨੇਮ ਦੀ ਚੰਗੀ ਤਰ੍ਹਾਂ ਫੋਲ-ਫਲ ਕੀਤੀ ਅਤੇ ਇੱਕ ਪੀਲੇ ਪੇਜ ਉੱਤੇ ਉਹਨਾਂ ਸਾਰੀਆਂ ਗੱਲਾਂ ਨੂੰ ਲਿਖਿਆ ਜੋ ਦੱਸ ਰਹੀਆਂ ਹਨ ਕਿ ਉਹਨਾਂ ਦੀ ਨਕਲ ਕਰੋ ਜੋ ਪਰਮੇਸ਼ਰ ਦੇ ਨਾਲ ਚੱਲਦੇ ਹਨ। ਜ਼ਿਆਦਾਤਰ ਗੱਲਾਂ ਪੌਲੁਸ ਦੁਆਰਾ ਲਿਖਤ ਪੱਤਰੀਆਂ ਵਿੱਚ ਮਿਲੀਆਂ ਅਤੇ ਪਹਿਲੀਆਂ 2 ਜਾਂ 3 ਮੈਨੂੰ ਹੈਰਾਨ ਕਰ ਦਿੱਤਾ, ਪਰ ਮੈਨੂੰ 8 ਜਾਂ 10 ਗੱਲਾਂ ਪੌਲੁਸ ਦੀਆਂ ਪੱਤਰੀਆਂ ਵਿੱਚ ਵੀ ਮਿਲੀਆਂ। ਉਹ ਐਤਾਂ ਇਸ ਤਰ੍ਹਾਂ ਹਨ, ਜਿਸ ਤਰ੍ਹਾਂ ਇੱਕ ਪਹਿਲਾ ਕੁਰਿੰਥੀਆਂ ਵਿੱਚ 11 ਅਧਿਆਏ ਪਹਿਲਾ ਵਚਨ, ਪੌਲੁਸ ਕੁਰਿੰਥੀਆਂ ਦੀ ਕਲੀਸਿਆ ਨੂੰ ਇਸ ਤਰ੍ਹਾਂ ਆਖ ਰਿਹਾ ਹੈ, ਤੁਸੀਂ ਮੇਰੀ ਜਿਹੀ ਚਾਲ ਚਲੋ ਜਿਸ ਤਰ੍ਹਾਂ ਮੈਂ ਮਸੀਹ ਦੀ ਚਾਲ ਚੱਲਦਾ ਹਾਂ। ਕੀ ਤੁਸੀਂ ਸਮਝ ਗਏ ਹੋ? ਪੌਲੁਸ ਆਪਣੀ ਪੱਤਰੀ ਪੜ੍ਹਨ ਲਈ ਆਖ ਰਿਹਾ ਹੈ, ਮੈਂ ਚਾਹੁੰਦਾ ਹਾਂ ਤੁਸੀਂ ਮੇਰੀ ਜਿਹੀ ਚਾਲ ਚਲੋ ਜਿਸ ਤਰ੍ਹਾਂ ਮੈਂ ਮਸੀਹ ਦੀ ਚਾਲ ਚੱਲਦਾ ਹਾਂ। ਇਸ ਤਰ੍ਹਾਂ ਹੀ ਇਹ ਗੱਲ ਹੈ। ਫਿਲਿੱਪੀਆਂ 3:17 ਵਿੱਚ ਵਿਸ਼ਵਾਸੀਆਂ ਨੂੰ ਆਖਦਾ ਹੈ, ਉਸਨੇ ਕਿਹਾ, ਹੇ ਭਰਾਵੋ ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਹਨਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨਾ ਹਾਂ। ਇਸ ਨੂੰ ਸੁਣੋ, ਪੌਲੁਸ ਆਖਦਾ ਹੈ, ਮੈਂ ਚਾਹੁੰਦਾ ਹਾਂ ਤੁਸੀਂ ਮੇਰੀ ਜਿਹੀ ਚਾਲ ਚਲੋ ਅਤੇ ਉਹਨਾਂ ਵੱਲ ਵੇਖੋ ਜੋ ਸੁਸਮਾਚਾਰ ਦੇ ਅਨੁਸਾਰ ਚਾਲ ਚੱਲਦੇ ਹਨ, ਜਿਨ੍ਹਾਂ ਨੂੰ ਅਸੀਂ ਉਹਨਾਂ ਅੱਗੇ ਪੇਸ਼ ਕੀਤਾ ਕਿ ਇਹਨਾਂ ਦੇ ਅਨੁਸਾਰ ਚਲੋ। ਇਸ ਲਈ ਇਹ ਸਭ ਕੁਝ ਸਾਨੂੰ ਲੋਕਾਂ ਵਿੱਚ ਵੇਖਣ ਨੂੰ
ਮਿਲਦਾ ਹੈ। ਪਰ ਅਸੀਂ ਵੇਖਦੇ ਹਾਂ ਕਿ ਪ੍ਰਭੂ ਉਹਨਾਂ ਵਿੱਚ ਇਸ ਤਰ੍ਹਾਂ ਵੇਖਣਾ ਚਾਹੁੰਦਾ ਸੀ ਕਿ ਇਸ ਤਰ੍ਹਾਂ ਨਹੀਂ ਹੈ। ਸਾਡੇ ਵਿੱਚ ਬਹੁਤ ਸਾਰੇ ਲੋਕ ਹਨ ਜੋ ਇਸ ਤਰ੍ਹਾਂ ਦੀ ਮਿਸਾਲਬੰਦੀ ਚਾਹਤ ਰੱਖਦੇ ਹਨ ਕਿ ਅਸੀਂ ਬੱਚਿਆਂ ਦੇ ਅੱਗੇ ਇੱਕ ਨਮੂਨਾ ਪੇਸ਼ ਕਰ ਸਕੀਏ, ਪਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਭਾਵੇਂ ਤੁਸੀਂ ਇਸ ਨੂੰ ਪਸੰਦ ਕਰੋ ਜਾਂ ਨਾ ਕਰੋ। ਅਸੀਂ ਬੱਚਿਆਂ ਦੇ ਸਾਹਮਣੇ ਇੱਕ ਨਮੂਨਾ ਪੇਸ਼ ਕਰਦੇ ਹਾਂ। ਇੱਕ ਦੁੱਖ ਭਰੀ ਗੱਲ ਹੈ ਜੋ ਤੁਹਾਨੂੰ ਕਦੇ ਅੱਗੇ ਪਰੇਸ਼ਾਨ ਕਰੇਗੀ, ਜੇ ਤੁਸੀਂ ਇਹ ਨਾ ਜਾਣ ਸਕੇ ਕਿ ਪ੍ਰਭੂ ਦੇ ਵਿੱਚ ਤੁਹਾਡੇ ਕੋਲ ਹਰੇਕ ਪਰੇਸ਼ਾਨੀ ਨੂੰ ਹੱਲ ਕਰਨ ਦੀ ਯੋਗਤਾ ਹੈ। ਨੰਬਰ 2, ਮਾਪਿਆਂ ਦੀ ਜ਼ਿੰਮੇਵਾਰੀ ਦੀ ਵਿਸ਼ੇਸ਼ ਸਾਮਰਥ ਦਾ ਪ੍ਰਤੀਰੂਪ। ਦੂਜੀ ਗੱਲ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੇ ਧਿਆਨ ਦੇਵੋ, ਜਿਸ ਤੇ ਤੁਸੀਂ ਵਿਸ਼ਵਾਸ ਨਹੀਂ ਕਰਦੇ, ਉਹ ਇਹ ਹੈ ਮਾਪਿਆਂ ਦੀ ਜ਼ਿੰਮੇਵਾਰੀ ਦੀ ਵਿਸ਼ੇਸ਼ ਸਾਮਰਥ ਦਾ ਪ੍ਰਤੀਰੂਪ। ਇਹ ਮਾਂ-ਬਾਪ ਹੋਣ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਸਮਝ ਆਈਏ ਕਿ ਬੱਚੇ ਉਹ ਗੱਲਾਂ ਭੁੱਲ ਜਾਂਦੇ ਹਨ ਜੋ ਅਸੀਂ ਉਹਨਾਂ ਨੂੰ ਆਖਦੇ ਹਾਂ, ਪਰ ਉਹ ਗੱਲਾਂ ਯਾਦ ਰੱਖਦੇ ਹਨ ਜੋ ਅਸੀਂ ਕਰਦੇ ਹਾਂ। ਵਿਚਾਰ ਅੱਛੇ ਜਾਂ ਬੁਰੇ, ਦੋਵੇਂ ਹੀ ਸੁਖਦਾਈ ਹੋਣ ਜਾਂ ਦੁਖਦਾਈ ਹੋਣ, ਉਹਨਾਂ ਦੀ ਯਾਦ ਪੂਰੇ ਜੀਵਨ ਉਹਨਾਂ ਲਈ ਬਣੀ ਰਹਿੰਦੀ ਹੈ। ਜਿਸ ਤਰ੍ਹਾਂ ਮਾਂ-ਬਾਪ ਹਰ ਰੋਜ਼ ਆਪਣੇ ਬੱਚਿਆਂ ਨਾਲ ਵਿਹਾਰ ਕਰਦੇ ਹਨ, ਉਹ ਉਹਨਾਂ ਦੇ ਆਤਮਿਕ ਜੀਵਨ ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਘਰ ਦੀਆਂ ਪ੍ਰਾਰਥਨਾਵਾਂ ਅਤੇ ਧਾਰਮਿਕ ਗੱਲਾਂ ਦਾ ਉਹਨਾਂ ਉੱਤੇ ਇੰਨਾ ਪ੍ਰਭਾਵ ਨਹੀਂ ਪੈਂਦਾ। ਮੈਂ ਤੁਹਾਨੂੰ ਇਹ ਕਹਿ ਕੇ ਨਿਰਾਸ਼ ਨਹੀਂ ਕਰ ਰਿਹਾ ਕਿ ਤੁਸੀਂ ਪਰਿਵਾਰਿਕ ਪ੍ਰਾਰਥਨਾ ਨਾ ਕਰੋ, ਪਰ ਜੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪਰਿਵਾਰਿਕ ਪ੍ਰਾਰਥਨਾ ਤਾਂ ਕਰਦੇ ਹੋ, ਪਰ ਆਪਣੇ ਘਰ ਵਿੱਚ ਮਸੀਹ ਜੀਵਨ ਦਾ ਰੂਪ ਸਹੀ ਤਰੀਕੇ ਨਾਲ ਪ੍ਰਗਟ ਨਹੀਂ ਕਰਦੇ। ਇਸ ਲਈ ਬੱਚੇ ਜੋ ਸੁਣਦੇ ਹਨ ਅਤੇ ਵੇਖਦੇ ਕੁਝ ਹੋਰ ਹਨ ਤਾਂ ਲੜਖੜਾ ਜਾਂਦੇ ਹਨ। ਮੈਂ ਇੱਥੇ ਇੱਕ ਆਇਤ ਪੜ੍ਹਨਾ ਚਾਹੁੰਦਾ ਹਾਂ ਜਿਸ ਨੂੰ ਪੜ੍ਹ ਕੇ ਅਸੀਂ ਅਕਸਰ ਧੋਖਾ ਖਾ ਜਾਂਦੇ ਹਾਂ, ਜਿਸ ਨੂੰ ਅਸੀਂ ਸਮਝ ਨਹੀਂ ਪਾਉਂਦੇ। ਕਦੇ ਤੁਸੀਂ ਮੱਤੀ 12 ਦੇ 34 ਨੂੰ ਪੜ੍ਹਿਆ ਹੈ? ਅਤੇ ਅਸਲ ਵਿੱਚ ਇਹ ਕੀ ਕਹਿਣਾ ਚਾਹੁੰਦਾ ਹੈ? ਇਹ ਆਖਦਾ ਹੈ, ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਮੂੰਹ ਤੇ ਆਉਂਦਾ ਹੈ। ਇਸ ਦਾ ਕੀ ਅਰਥ ਹੈ ਕਿ ਜਦ ਤੁਸੀਂ ਬਾਹਰ ਲੋਕਾਂ ਵਿੱਚ ਹੁੰਦੇ ਹੋ ਅਤੇ ਜਦ ਤੁਸੀਂ ਪ੍ਰਭੂ ਦੇ ਦਿਨ ਕਲੀਸਿਆ ਵਿੱਚ ਜਾਂਦੇ ਹੋ, ਜਦ ਤੁਸੀਂ ਆਪਣੇ ਮਸੀਹ ਦੋਸਤਾਂ ਨਾਲ ਹੁੰਦੇ ਹੋ, ਤੁਸੀਂ ਆਪਣੇ ਮਨ ਵਿੱਚ ਸੁਚੇਤ ਹੁੰਦੇ ਹੋ ਕਿ ਇਹਨਾਂ ਚੀਜ਼ਾਂ ਦਾ ਉੱਤਰ ਕਿਸ ਤਰ੍ਹਾਂ ਦੇਣਾ ਹੈ। ਅਤੇ ਹਰੇਕ ਫਜ਼ੂਲ ਕੰਮ ਅਸੀਂ ਕਰਦੇ ਹਾਂ ਜਦ ਅਸੀਂ ਆਪਣੇ ਭੈਣ ਭਰਾਵਾਂ ਵਿੱਚ ਹੁੰਦੇ ਹਾਂ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਹਨ ਜੋ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਆਪਣੇ ਦਿਲ ਨਾਲ ਸੁਚੇਤ ਰਹਿੰਦੇ ਹਨ? ਤੁਹਾਡੇ ਮੂੰਹ ਤੋਂ ਗਲਤ ਸ਼ਬਦ ਕਿਉਂ ਨਿਕਲਦੇ ਹਨ? ਜਦ ਤੁਹਾਡੇ ਮੂੰਹ ਵਿੱਚ ਕੂੜਾ ਕਰਕਟ ਨਿਕਲਦਾ ਹੈ ਤਾਂ ਤੁਹਾਡੇ ਮੂੰਹ ਵਿੱਚ ਕਿਸ ਚੀਜ਼ ਦਾ ਵਾਸ ਹੁੰਦਾ ਹੈ? ਇਸ ਲਈ ਪ੍ਰਸ਼ਨ ਇਹ ਹੈ ਕਿ ਅਸੀਂ ਪਰਮੇਸ਼ਰ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਸਾਡੇ ਘਰਾਂ ਵਿੱਚ ਸਹਾਇਤਾ ਕਰੇ, ਤਾਂ ਕਿ ਅਸੀਂ ਸਮਝ ਸਕੀਏ ਕਿ ਅਸੀਂ ਕੀ ਬੋਲਦੇ ਹਾਂ ਅਤੇ ਕੀ ਕਰ ਰਹੇ ਹਾਂ, ਤਾਂ ਕਿ ਅਸੀਂ ਇਹਨਾਂ ਵਿੱਚ ਫਰਕ ਸਮਝ ਸਕੀਏ। ਬਹੁਤ ਪੁਰਾਣੀਆਂ ਗੱਲਾਂ ਨਹੀਂ ਹੈ। ਮੈਂ ਇੱਕ ਕਿਤਾਬ ਪੜ੍ਹੀ, ਉਹਨਾਂ ਨੇ ਠੀਕ ਕੀਤਾ, ਇਹ ਇੱਕ ਪਰਿਵਾਰਿਕ ਕਿਤਾਬ ਸੀ ਅਤੇ ਇਸ ਦਾ ਲੇਖਕ ਵਰਜੀਨੀਆ ਹਰਨ ਨੇ 38 ਮਸੀਹ ਜੋੜਿਆਂ ਨਾਲ ਅਤੇ ਉਹਨਾਂ ਦੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਬੱਚਿਆਂ ਨੂੰ ਪੁੱਛਿਆ, ਤੁਹਾਡੇ ਮਾਂ-ਬਾਪ ਨੇ ਕੀ ਕੁਝ ਠੀਕ ਕੀਤਾ ਹੈ ਜਿਸ ਦਾ ਪ੍ਰਭਾਵ ਤੁਹਾਡੇ ਉੱਤੇ ਪਿਆ, ਤਾਂ ਕਿ ਤੁਸੀਂ ਸੁਧਰ ਕੇ ਉਹ ਬਣ ਪਾਓ ਜੋ ਅੱਜ ਤੋਂ ਉਹਨਾਂ ਨੇ ਉਹੀ ਜੋੜੇ ਚੁਣੇ ਜਿਨ੍ਹਾਂ ਦੇ ਬੱਚੇ ਅੱਛੇ ਬਣ ਕੇ ਉੱਭਰੇ। ਬੱਚਿਆਂ ਨੇ ਕਈ ਉੱਤਰ ਦਿੱਤੇ, ਪਰ ਮੈਂ ਤੁਹਾਨੂੰ ਉਹਨਾਂ 3 ਬੱਚਿਆਂ ਦੀ ਤਸਵੀਰ ਪੇਸ਼ ਕਰਦਾ ਹਾਂ ਕਿ ਉਹਨਾਂ ਨੇ ਕੀ ਆਖਿਆ, ਤੁਸੀਂ ਵੇਖ ਸਕੋ। ਸਭ ਤੋਂ ਪਹਿਲਾਂ ਪਹਿਲੇ ਨੰਬਰ ਦਾ ਉੱਤਰ ਜੋ ਮੈਂ ਤੁਹਾਨੂੰ ਦੱਸਦਾ ਹਾਂ, ਜੋ ਇਸ ਤਰ੍ਹਾਂ ਸੀ, ਉਹਨਾਂ ਨੇ ਸਾਡੇ ਸਾਹਮਣੇ ਮਸੀਹ ਜੀਵਨ ਪੇਸ਼ ਕੀਤਾ। ਬਸ ਇਹ ਹੀ ਅੰਤਰ ਸੀ, ਅਸੀਂ ਸਮਝ ਸਕੇ ਕਿ ਅਸੀਂ ਮਸੀਹ ਵਿੱਚ ਕੌਣ ਹਾਂ। ਨੰਬਰ 2, ਉਹਨਾਂ ਨੇ ਇੱਕ ਅੱਛੇ ਇਨਸਾਨ ਦਾ ਨਮੂਨਾ ਪੇਸ਼ ਕੀਤਾ। ਇਹ ਦੂਸਰਾ ਪ੍ਰਭਾਵਿਤ ਉੱਤਰ ਸੀ। ਅਤੇ ਤੀਸਰਾ ਉੱਤਰ ਸੀ ਕਿ ਉਹ ਆਪਣੇ ਮਸੀਹੀ ਵਿਸ਼ਵਾਸ ਵਿੱਚ ਟਿਕੇ ਰਹੇ। ਇਸ ਲਈ ਉਹ ਜਿਸ ਤਰ੍ਹਾਂ ਘਰ ਵਿੱਚ ਰਹਿੰਦੇ ਹਨ, ਉਸੇ ਤਰ੍ਹਾਂ ਹੀ ਉਹ ਘਰ ਤੋਂ ਬਾਹਰ ਲੋਕਾਂ ਵਿੱਚ ਆਪਣੇ ਆਪ ਨੂੰ ਸਾਬਤ ਕਰਦੇ ਹਨ। ਮਾਂ-ਬਾਪ ਦੇ ਚਾਲ ਚੱਲਣ ਦਾ ਪ੍ਰਭਾਵ ਹੀ ਉਹਨਾਂ ਉੱਤੇ ਪਿਆ। ਉਹਨਾਂ ਦੇ ਬੇਟੇ ਬੇਟੀਆਂ ਨੇ ਘਰ ਦੀ ਆਰਥਿਕ ਤਰੱਕੀ ਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਨੇ ਆਪਣੇ ਮਾਂ-ਬਾਪ ਦੀ ਸਫਲਤਾ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਨੇ ਤਾਂ ਬਸ ਇਹ ਦੱਸਿਆ ਕਿ ਉਹਨਾਂ ਦੇ ਮਾਂ-ਬਾਪ ਬਹੁਤ ਅੱਛੇ ਹਨ। ਉਹ ਜੋ ਵਿਸ਼ਵਾਸ ਕਰਦੇ ਹਨ ਉਸ ਦੇ ਅਨੁਸਾਰ ਹੀ ਆਪਣੇ ਘਰ ਵਿੱਚ ਜੀਵਨ ਬਤੀਤ ਕਰਦੇ ਹਨ। ਕੀ ਇਸ ਦਾ ਅਰਥ ਇਹ ਹੈ ਕਿ ਉਹਨਾਂ ਨੇ ਕਦੇ ਗਲਤੀ ਨਹੀਂ ਕੀਤੀ? ਜੇ ਇਹ ਸੱਚ ਹੈ ਤਾਂ ਅਸੀਂ ਸਭ ਨੂੰ ਮਾਂ-ਬਾਪ ਦੇ ਅਹੁਦੇ ਨੂੰ ਹੁਣੇ ਹੀ ਤਿਆਗ ਦੇਣਾ ਚਾਹੀਦਾ ਹੈ ਕਿ ਇਹ ਸੱਚ ਹੈ। ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਮੈਨੂੰ ਸਮਝੋਗੇ ਕਿ ਇੱਥੇ ਮੈਂ ਇਹੋ ਜਿਹੀ ਗੱਲ ਕਿਉਂ ਕਹਿ ਰਿਹਾ ਹਾਂ। ਨਹੀਂ, ਪਰ ਇਸ ਦਾ ਮਤਲਬ ਹੈ ਕਿ ਜਦ ਉਹਨਾਂ ਨੇ ਗਲਤੀ ਕੀਤੀ, ਉਹਨਾਂ ਨੇ ਆਪਣੀ ਗਲਤੀ ਦੇ ਸਹੀ ਤਰੀਕੇ ਨਾਲ ਸਾਹਮਣਾ ਕੀਤਾ। ਮਾਂ-ਬਾਪ ਹੋਣ ਦੇ ਨਾਤੇ ਸਾਡੇ ਸਾਹਮਣੇ ਇੱਕ ਚੁਣੌਤੀ ਹੈ ਕਿ ਜਦ ਅਸੀਂ ਅਸਫਲ ਹੁੰਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਹੁੰਦੇ ਹਾਂ
ਕਿ ਅਸਫਲਤਾ ਦੇ ਨਾਲ ਕਿਸ ਤਰ੍ਹਾਂ ਮੁਕਾਬਲਾ ਕਰਨਾ ਹੈ। ਜੇ ਅਸੀਂ ਇੱਕ ਪੱਥਰ ਦੀ ਦੀਵਾਰ ਦੀ ਤਰ੍ਹਾਂ ਹੀ ਖੜੇ ਰਹਿੰਦੇ ਤਾਂ ਅਸੀਂ ਸਿੱਖ ਰਹੇ ਹੁੰਦੇ ਹਾਂ ਕਿ ਅਸੀਂ ਨਹੀਂ ਜਾਣਦੇ ਕਿ ਅਸੀਂ ਕੀ ਕਰਨਾ ਹੈ। ਅਸੀਂ ਜੋ ਕੁਝ ਵੀ ਕਰਦੇ ਹਾਂ ਆਪਣੇ ਕੰਮਾਂ ਦੇ ਦੁਆਰਾ ਹੀ ਉਹਨਾਂ ਨੂੰ ਸਿੱਖਿਆ ਦਿੰਦੇ ਹਾਂ। ਸਰਬ ਸ਼ਕਤੀਮਾਨ ਪਰਮੇਸ਼ਰ ਦੇ ਨਾਲ ਸਾਡਾ ਸੰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਬਾਰੇ ਕਿਸੇ ਕਲਾਸ ਦੇ ਕਮਰੇ ਵਿੱਚ ਜਾ ਕੇ ਨਹੀਂ ਸਮਝਿਆ ਜਾ ਸਕਦਾ। ਤੁਸੀਂ ਇੱਕ ਕਮਰੇ ਵਿੱਚ ਬੈਠ ਕੇ ਨਹੀਂ ਸਮਝ ਸਕਦੇ ਕਿ ਪਰਮੇਸ਼ਰ ਨਾਲ ਕਿਸ ਤਰ੍ਹਾਂ ਚੱਲਣਾ ਹੈ। ਸੰਡੇ ਸਕੂਲ ਇੱਕ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਕਤਾਰਾਂ ਵਿੱਚ ਬੈਠੇ ਇੱਥੇ ਪਰਮੇਸ਼ਰ ਦੇ ਸ਼ਬਦਾਂ ਦੇ ਬਾਰੇ ਨਹੀਂ ਸਿੱਖ ਸਕਦੇ, ਜਦ ਕਿ ਇਹਨਾਂ ਜਗ੍ਹਾ ਤੇ ਸਾਨੂੰ ਦਿੱਤੀਆਂ ਗਈਆਂ ਚੇਤਾਵਨੀਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਪਰ ਮਨੁੱਖ ਵਿੱਚ ਬਦਲਾਅ ਤਦ ਹੀ ਆਉਂਦਾ ਹੈ ਜਦ ਉਹ ਸਾਡੇ ਸਰੀਰ ਵਿੱਚ ਉਹਨਾਂ ਕੰਮਾਂ ਨੂੰ ਵੇਖਦਾ ਹੈ ਜੋ ਸਿੱਖਿਆ ਦੇ ਅਨੁਸਾਰ ਹਨ। ਜੋ ਸਾਡੇ ਕੋਲ ਨਹੀਂ, ਅਸੀਂ ਦੂਜਿਆਂ ਨੂੰ ਨਹੀਂ ਵੇਖ ਸਕਦੇ। ਜਦ ਤੁਹਾਡੇ ਬੱਚੇ ਵਿਸ਼ਵਾਸ ਦੇ ਨੇੜੇ ਆਉਂਦੇ ਹਨ ਅਤੇ ਮਸੀਹੀ ਜੀਵਨ ਬਤੀਤ ਕਰਦੇ ਹਨ, ਇਹ ਸਭ ਉਹ ਮਾਂ-ਬਾਪ ਨੂੰ ਵੇਖਦੇ ਹੋਏ ਹੀ ਕਰ ਸਕਦੇ ਹਨ। ਨੰਬਰ 3, ਅੱਛੀ ਜ਼ਿੰਮੇਵਾਰੀ ਦੇ ਪ੍ਰਤੀ ਮਹਾਨ ਨਤੀਜੇ। ਤੀਸਰੀ ਚੀਜ਼ ਜੋ ਮੈਂ ਅੱਜ ਦੱਸਣਾ ਚਾਹੁੰਦਾ ਹਾਂ, ਉਸ ਵੱਲ ਧਿਆਨ ਦਿਵੋ ਕਿ ਅੱਛੇ ਨਮੂਨੇ ਦਾ ਪ੍ਰਦਰਸ਼ਨ ਹਮੇਸ਼ਾ ਅੱਛੇ ਨਤੀਜੇ ਸਾਹਮਣੇ ਲੈ ਕੇ ਆਉਂਦਾ ਹੈ। ਮੈਨੂੰ ਬੜਾ ਆਨੰਦ ਆਇਆ ਜਦ ਮੈਂ ਇੱਕ ਪਾਠ ਦੀ ਤਿਆਰੀ ਕੀਤੀ ਤਾਂ ਮੈਂ ਪਿਛਲੀਆਂ ਗੱਲਾਂ ਵਿੱਚ ਗਿਆ ਅਤੇ ਇਤਿਹਾਸ ਦੀ ਉਹਨਾਂ ਚੀਜ਼ਾਂ ਨੂੰ ਲੱਭਿਆ ਜਿਨ੍ਹਾਂ ਦੇ ਦੁਆਰਾ ਮਾਂ-ਬਾਪ ਨੇ ਆਪਣੇ ਬੱਚਿਆਂ ਦੇ ਪ੍ਰਭਾਵ ਪਾਇਆ, ਨਾ ਹੀ ਕੇਵਲ ਧਾਰਮਿਕ ਸਹਾਇਤਾ ਵਿੱਚ ਪਰ ਸੰਸਾਰਿਕ ਸਿਹਤ ਵਿੱਚ ਵੀ। ਤੁਸੀਂ ਉਸ ਦਾ ਇਹ ਦੇਣ ਵੇਖ ਸਕਦੇ ਹੋ। ਜਗ੍ਹਾ ਲੈਣੀ ਮੈਨੂੰ ਯਾਦ ਹੈ ਜਦ ਮੈਂ ਵਿੰਸਟਨ ਚਰਚਿਲ ਦੀ ਲੜਕੀ ਦੇ ਬਾਰੇ ਪੜ੍ਹਿਆ ਸੀ। ਇੱਕ ਵਾਰ ਉਸਨੇ ਇਸ ਤਰ੍ਹਾਂ ਲਿਖਿਆ ਸੀ, ਉਸਨੇ ਕਿਹਾ, ਮੇਰੇ ਜੀਵਨ ਵਿੱਚ ਇੱਕ ਮਹਾਨ ਅਤੇ ਪ੍ਰਭਾਵ ਪਾਉਣ ਵਾਲੇ ਮੇਰੇ ਪਿਤਾ ਜੀ ਹਨ। ਜਦ ਕਿ ਮੈਂ ਉਹਨਾਂ ਨਾਲ ਬਹੁਤ ਗੱਲਬਾਤ ਕਰਦਾ ਸੀ ਅਤੇ ਨਾ ਹੀ ਕਦੇ ਲੰਬੇ ਸਮੇਂ ਗੁਜ਼ਾਰਿਆ, ਮੇਰੇ ਦਿਲ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਪ੍ਰਸ਼ੰਸਾ ਅਤੇ ਪਿਆਰ ਹੈ ਅਤੇ ਉਹਨਾਂ ਦੀ ਮੌਤ ਦੇ ਬਾਵਜੂਦ ਉਹਨਾਂ ਦੀ ਯਾਦ ਲਈ ਮੇਰਾ ਪਿਆਰ ਬਰਕਰਾਰ ਹੈ। ਮੈਂ ਹਰੇਕ ਸ਼ਬਦ ਪੜ੍ਹਦੀ ਹਾਂ ਜੋ ਕਦੇ ਉਹਨਾਂ ਨੇ ਬੋਲਿਆ ਅਤੇ ਮੈਂ ਆਪਣੇ ਦਿਲ ਨਾਲ ਉਹਨਾਂ ਦੇ ਭਾਸ਼ਣ ਅਕਸਰ ਪੜ੍ਹਦੀ ਹਾਂ ਅਤੇ ਇਹ ਮੈਨੂੰ ਇਸ ਤਰ੍ਹਾਂ ਜਾਪਦਾ ਹੈ ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਹਰੇਕ ਚੀਜ਼ ਦੀ ਕੁੰਜੀ ਦੇ ਦਿੱਤੀ ਜਿਸ ਦੀ ਮੈਨੂੰ ਜ਼ਰੂਰਤ ਸੀ। ਉਸਨੇ ਆਖਿਆ ਕਿ ਉਸ ਦਾ ਜੀਵਨ ਇਸ ਲਈ ਬਦਲ ਗਿਆ ਕਿਉਂਕਿ ਉਸ ਦੇ ਪਿਤਾ ਦਾ ਉਸ ਉੱਤੇ ਪ੍ਰਭਾਵ ਸੀ। ਇਸ ਤਰ੍ਹਾਂ ਦੀ ਕਈ ਕਹਾਣੀਆਂ ਹਨ ਅਤੇ ਅਸੀਂ ਸਭ ਜਾਣਦੇ ਹਾਂ ਕਿ ਉਹ ਸੱਚੀਆਂ ਹਨ। ਅੱਜ ਦੀ ਸਵੇਰ ਵੇਲੇ ਮੈਂ ਤੁਹਾਡੇ ਕੋਲ ਇੱਕ ਪ੍ਰਸ਼ਨ ਪੁੱਛਦਾ ਹਾਂ। ਜਦ ਸਰਬ ਸ਼ਕਤੀਮਾਨ ਪਰਮੇਸ਼ਰ ਨੇ ਹੇਠਾਂ ਆ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀ ਕਿ ਜ਼ਿੰਦਗੀ ਦਾ ਕੀ ਅਰਥ ਹੈ, ਉਹ ਕਿਸ ਤਰ੍ਹਾਂ ਦਾ ਜੀਵਨ ਚਾਹੁੰਦਾ ਹੈ ਕਿ ਅਸੀਂ ਬਤੀਤ ਕਰੀਏ, ਉਸਨੇ ਕੀ ਕੀਤਾ? ਉਸਨੇ ਆਖਿਆ, ਮੈਂ ਜਾਣਦਾ ਹਾਂ ਕਿ ਮੈਂ ਕੀ ਕਰਾਂਗਾ। ਮੈਂ ਉਹਨਾਂ ਨੂੰ ਇੱਕ ਕਿਤਾਬ ਦੇਵਾਂਗਾ ਜਿਸ ਵਿੱਚ ਸਾਰੀਆਂ ਚੁਣੌਤੀਆਂ ਲਿਖੀਆਂ ਹੋਣਗੀਆਂ ਅਤੇ ਉਸਨੇ ਇਹ ਕੀਤਾ ਕਿ ਨਹੀਂ ਕੀਤਾ। ਉਸਨੇ ਸਾਨੂੰ ਪਵਿੱਤਰ ਬਾਈਬਲ ਦਿੱਤੀ। ਅਸੀਂ ਪਰਮੇਸ਼ਰ ਦੇ ਇਹਨਾਂ ਵਚਨਾਂ ਲਈ ਕਿੰਨੇ ਧੰਨਵਾਦੀ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇੱਕ ਅੱਛੇ ਮਾਂ-ਬਾਪ ਹੋਣ ਦਾ ਕਿੰਨਾ ਸੋਹਣਾ ਤਰੀਕਾ ਪੇਸ਼ ਕੀਤਾ। ਜਦ ਅਸੀਂ ਅੱਜ ਦੇ ਮਾਹੌਲ ਵਿੱਚ ਸੜ ਰਹੇ ਸੀ ਅਤੇ ਉਲਟੀ ਦਿਸ਼ਾ ਵੱਲ ਜਾ ਰਹੇ ਸੀ ਤਾਂ ਕਹਾਵਤਾਂ ਦੇ ਨੇਮ ਅਤੇ ਪੂਰੇ ਸ਼ਾਸਤਰ ਹੀ ਸਾਨੂੰ ਜੀਵਨ ਜਿਉਣ ਦਾ ਇੱਕ ਸਹੀ ਤਰੀਕਾ ਦੱਸਦਾ ਹੈ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ ਜੋ ਕੋਈ ਬਹੁਤ ਮਹੱਤਵਪੂਰਨ ਗੱਲ ਨਹੀਂ ਹੈ ਜੋ ਪਰਮੇਸ਼ਰ ਨੇ ਕੀਤੀ। ਜਦ ਪਰਮੇਸ਼ਰ ਨੇ ਸਾਨੂੰ ਸਿਖਾਉਣਾ ਚਾਹਿਆ ਕਿ ਉਹ ਕੌਣ ਹੈ ਅਤੇ ਉਹ ਸਾਡਾ ਜੀਵਨ ਕਿਸ ਤਰ੍ਹਾਂ ਦਾ ਚਾਹੁੰਦਾ ਹੈ ਤਾਂ ਉਸਨੇ ਕੀ ਕੀਤਾ? ਉਸਨੇ ਆਖਿਆ, ਮੈਂ ਜਾਣਦਾ ਹਾਂ ਮੈਂ ਕੀ ਕਰਾਂਗਾ। ਮੈਂ ਆਪਣਾ ਸੰਦੇਸ਼ ਸਰੀਰ ਵਿੱਚ ਹੋ ਕੇ ਦਿਆਂਗਾ ਅਤੇ ਉਸ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਇਸ ਸੰਸਾਰ ਵਿੱਚ ਸਾਡੇ ਵਰਗਾ ਬਣਾ ਕੇ ਭੇਜਿਆ ਤਾਂ ਕਿ ਉਹ ਸਾਡੇ ਵਿੱਚ ਚੱਲ ਫਿਰ ਕੇ ਸਾਡੇ ਨਾਲ ਗੱਲਬਾਤ ਕਰ ਸਕੇ। ਅਸੀਂ ਉਸ ਨੂੰ ਅਵਤਾਰ ਕਹਿੰਦੇ ਹਾਂ, ਪਰਮੇਸ਼ਰ ਸਰੀਰ ਵਿੱਚ, ਤਾਂ ਕਿ ਅਸੀਂ ਇੱਕ ਇਨਸਾਨ ਹੋਣ ਦੇ ਕਾਰਨ ਪ੍ਰਭੂ ਯਿਸੂ ਮਸੀਹ ਦੇ ਜੀਵਨ ਵੱਲ ਵੇਖ ਸਕੀਏ ਜੋ ਕਿ ਪਰਮੇਸ਼ਰ ਦੇ ਵਚਨ ਵਿੱਚ ਕਲਮਬੰਦ ਕੀਤਾ ਗਿਆ ਹੈ ਅਤੇ ਅਸੀਂ ਉਹਦੇ ਸਰੀਰਕ ਰੂਪ ਤੋਂ ਸਮਝ ਸਕੀਏ ਕਿ ਪਰਮੇਸ਼ਰ ਸਾਡੇ ਲਈ ਕੀ ਚਾਹੁੰਦਾ ਹੈ, ਜੋ ਅਸੀਂ ਸਮਝ ਸਕੀਏ। ਪਿਆਰੇ ਦਰਸ਼ਕੋ, ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ, ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਅਸੀਂ ਆਪਣੇ ਘਰ ਦੇ ਵਿੱਚ ਕਿਵੇਂ ਇੱਕ ਵੱਡਾ ਪ੍ਰਭਾਵ ਛੱਡ ਸਕਦੇ ਹਾਂ। ਦੋਸਤੋ, ਅੱਜ ਦੇ ਅਧਿਐਨ ਦੇ ਵਿੱਚੋਂ ਅਸੀਂ ਜਾਣਿਆ ਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਲਈ ਇੱਕ ਨਮੂਨਾ ਬਣਨਾ ਚਾਹੀਦਾ ਹੈ ਅਤੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਵੀ ਆਪਣੇ ਮਾਤਾ-ਪਿਤਾ ਦੇ ਉੱਤੇ ਗਰਵ ਹੋਣਾ ਚਾਹੀਦਾ ਹੈ। ਬਾਈਬਲ ਦੇ ਵਿੱਚ ਅਜਿਹੇ ਬਹੁਤ ਸਾਰੇ ਹਵਾਲੇ ਹਨ ਜੋ ਸਾਨੂੰ ਇਹ ਦੱਸਦੇ ਹਨ ਕਿ ਸਾਨੂੰ ਉਹਨਾਂ ਲੋਕਾਂ ਦੀ ਨਕਲ ਕਰਨੀ ਚਾਹੀਦੀ ਹੈ ਜੋ ਪਰਮੇਸ਼ਵਰ ਦੇ ਨਾਲ ਚੱਲਦੇ ਹਨ।
ਇਸ ਤੋਂ ਬਾਅਦ ਅਸੀਂ ਇਹ ਵੀ ਜਾਣਿਆ ਕਿ ਮਾਤਾ ਪਿਤਾ ਦੀ ਜ਼ਿੰਮੇਵਾਰੀ ਇੱਕ ਵਿਸ਼ੇਸ਼ ਸਮਰਥ ਦਾ ਪ੍ਰਤੀਰੂਪ ਹੈ। ਅਸੀਂ ਵੇਖਿਆ ਕਿ ਕਿਸੇ ਸ਼ੋਧਕਰਤਾ ਨੇ ਕੁਝ ਪਰਿਵਾਰਾਂ ਦਾ ਅਧਿਐਨ ਕੀਤਾ ਇਹ ਵੇਖਣ ਦੇ ਲਈ ਕਿ ਉਹਨਾਂ ਦੇ ਬੱਚੇ ਜੋ ਉਹਨਾਂ ਦੇ ਬਾਰੇ ਰਾਏ ਰੱਖਦੇ ਹਨ ਉਹ ਰਾਏ ਦਾ ਕੀ ਕਾਰਨ ਹੈ। ਉਹਨੂੰ ਇਸ ਦੇ ਜੋ ਜਵਾਬ ਮਿਲੇ ਉਹ ਇਸ ਤਰ੍ਹਾਂ ਸੀ। ਪਹਿਲਾ ਜਵਾਬ, ਉਹਨਾਂ ਨੇ ਸਾਡੇ ਸਾਹਮਣੇ ਮਸੀਹੀ ਜੀਵਨ ਨੂੰ ਪੇਸ਼ ਕੀਤਾ। ਦੂਜਾ ਜਵਾਬ, ਉਹਨਾਂ ਨੇ ਇੱਕ ਚੰਗੇ ਇਨਸਾਨ ਦਾ ਨਮੂਨਾ ਪੇਸ਼ ਕੀਤਾ। ਤੀਜਾ ਜਵਾਬ, ਉਹ ਆਪਣੇ ਮਸੀਹੀ ਵਿਸ਼ਵਾਸ ਵਿੱਚ ਟਿਕੇ ਰਹੇ। ਦੋਸਤੋ, ਮਾਤਾ ਪਿਤਾ ਹੋਣ ਦੇ ਨਾਤੇ ਤੁਹਾਡੇ ਬੱਚੇ ਤੁਹਾਡੇ ਬਾਰੇ ਕੀ ਸੋਚਦੇ ਹਨ? ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਇੱਕ ਵਾਰ ਫੇਰ ਸੋ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਅੱਜ ਦੀ ਇਸ ਮਹਾਨ ਔਰ ਅੱਛੀ ਸਿੱਖਿਆ ਵਾਸਤੇ, ਜਿਸ ਦੇ ਵਿੱਚ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸਿਖਾਇਆ ਕਿ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ਦਾ ਨਮੂਨਾ ਬਣਨਾ ਚਾਹੀਦਾ। ਤੁਸੀਂ ਸਿਖਾਇਆ ਕਿ ਅਸੀਂ ਇੱਕ ਅੱਛੇ ਮਾਤਾ ਪਿਤਾ ਬਣਨ ਦੇ ਲਈ ਉਹਨਾਂ ਲੋਕਾਂ ਦੀ ਨਕਲ ਕਰ ਸਕਦੇ ਹਾਂ, ਉਹਨਾਂ ਲੋਕਾਂ ਤੋਂ ਸਿੱਖ ਸਕਦੇ ਹਾਂ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਮੁਤਾਬਿਕ ਆਪਣੀ ਚਾਲ ਨੂੰ ਚੱਲਦੇ ਹਨ। ਪਿਤਾ, ਧੰਨਵਾਦ ਕਰਦੇ ਹਾਂ ਇਸ ਅੱਛੀ ਸਿੱਖਿਆ ਵਾਸਤੇ। ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ, ਜਿੰਨੇ ਵੀ ਮਾਤਾ ਪਿਤਾ ਇਸ ਸਿੱਖਿਆ ਨੂੰ ਅੱਜ ਦੇਖ ਰਹੇ ਹਨ, ਪ੍ਰਭੂ ਜੀ ਤੁਸੀਂ ਉਹਨਾਂ ਦੇ ਜੀਵਨਾਂ 'ਚ ਕੰਮ ਕਰੋ। ਪ੍ਰਭੂ ਜੀ, ਜਿਨ੍ਹਾਂ ਦੀ ਜੋ ਵੀ ਜ਼ਰੂਰਤਾਂ ਹੈ ਉਹਨਾਂ ਜ਼ਰੂਰਤਾਂ ਨੂੰ ਪੂਰੀ ਕਰੋ। ਮਾਤਾ ਪਿਤਾ ਨੂੰ ਪ੍ਰਭੂ ਜੀ ਪਰਪੱਕ ਕਰੋ ਤਾਂ ਕਿ ਉਹ ਪ੍ਰਭੂ ਜੀ ਇਸ ਸਿੱਖਿਆ ਦੇ ਦੁਆਰਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ। ਪਿਤਾ ਪਰਮੇਸ਼ਰ, ਸਾਰੀ ਇੱਜ਼ਤ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਆ ਅਤੇ ਪ੍ਰਾਰਥਨਾ ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਆ, ਆਮੀਨ। ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਮਿਸ ਕਾਲ ਕਰਕੇ ਦੱਸ ਸਕਦੇ ਹੋ। ਜੇਕਰ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਤੁਹਾਡੇ ਟੀਵੀ ਦੀ ਸਕਰੀਨ ਦੇ ਉੱਤੇ ਦਿਖਾਏ ਜਾ ਰਹੇ ਨੰਬਰਾਂ ਦੇ ਰਾਹੀਂ ਸੰਪਰਕ ਕਰ ਸਕਦੇ ਹੋ। ਸਾਨੂੰ ਤੁਹਾਡੇ ਨਾਲ ਗੱਲਬਾਤ ਕਰਨ ਵਿੱਚ ਬਹੁਤ ਖੁਸ਼ੀ ਹੋਏਗੀ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।